भई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं अते शहीदां दा तुसीं सारे ही सत्कार करो। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 20 ਵਿਸਾਖ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 2 ਮਈ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ,
ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਤੋਵੇ ਪਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਤੋਵੇ ਪਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਤੋਵੇ ਪਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਘਰ ਦੂਜਾ ਚੌਪਦੇ। ਏਕ ਓੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੋਟ ਨਾ ਨਿਖੁਟੈ ਨਾ ਜਾਏ।
ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਾਧ ਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ। ਇਹੋ ਧਨ ਅਖੋਟ ਨਾਨਕ ਖੁਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਾਧ ਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰ ਪੂਰੈ ਹਰ ਧਨ ਪਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ। ਰਹਾਉ ਆਵ ਗੁਣ ਕਾਟ ਗੁਣ ਹਿਰਦੈ ਸਮਾਏ। ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ। ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ। ਦੁਬਿਧਾ ਮਾਰ ਹਰ ਮਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ। ਗੁਰ ਪ੍ਰਸਾਦ ਬਸੈ ਮਨ ਆਏ। ਸਭ ਮਹਿ ਬਸੈ ਪ੍ਰਭ ਏਕੋ ਸੋਏ। ਗੁਰਮਤਿ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਸਭ ਮਹਿ ਬਸੈ ਪ੍ਰਭ ਏਕੋ ਸੋਏ। ਗੁਰਮਤਿ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਘਰ ਦੂਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ ਨਾਨਕ ਖੁਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਾਧ ਬਲ ਜਾਈ। ਗੁਰ ਕਿਰਪਾ ਤੇ
ਹਰ ਮਨ ਵਸਾਈ। ਹਾਂਜੀ, ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਆਓ ਇਸ ਦੀ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ 4 ਪਦਿਆਂ ਵਾਲਾ ਇਹ ਸ਼ਬਦ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 663 ਅੰਗ ਤੇ ਸੁਸ਼ੋਭਿਤ ਹੈ। ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਇਹ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾ ਇਹ ਖਰਚਦਿਆਂ ਮੁੱਕਦਾ ਹੈ, ਨਾ ਇਹ ਗਵਾਚਦਾ ਹੈ। ਇਸ ਧਨ ਦੀ ਇਹ ਸਿਫਤ ਮੈਨੂੰ ਪੂਰੇ ਗੁਰੂ ਨੇ ਦਿਖਾ ਦਿੱਤੀ ਹੈ। ਹੇ ਭਾਈ, ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ। ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਨਾਮ ਧਨ ਆਪਣੇ ਮਨ ਵਿੱਚ ਵਸਾਉਂਦਾ ਹਾਂ। ਹੇ ਭਾਈ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪ੍ਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਿਕ ਜੀਵਨ ਦੇ ਸ਼ਾਹ ਬਣ ਗਏ। ਹੇ ਭਾਈ, ਇਹ ਨਾਮ ਧਨ ਪਰਮਾਤਮਾ ਦੀ ਕਿਰਪਾ ਦੇ ਨਾਲ ਮਨ ਵਿੱਚ ਆ ਕੇ ਵਸਦਾ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾ ਰਹੇ ਨੇ, ਹੇ ਭਾਈ, ਗੁਰੂ ਸ਼ਰਨ ਆਏ ਮਨੁੱਖ ਦੇ ਔਗਣ ਦੂਰ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਉਸ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ। ਪੂਰੇ ਗੁਰੂ ਦੀ ਉਚਾਰੀ ਹੋਈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਮਨੁੱਖ ਦੇ ਮਨ ਵਿੱਚ ਆਤਮਿਕ ਹੁਲਾਰੇ ਪੈਦਾ ਕਰਦੀ ਹੈ। ਇਸ ਬਾਣੀ ਦੀ ਬਰਕਤ ਦੇ ਨਾਲ ਆਤਮਿਕ ਅਡੋਲਤਾ ਦੇ ਵਿੱਚ ਸਮਾਈ ਹੋਈ ਰਹਿੰਦੀ ਹੈ। ਹੇ ਭਾਈ ਜਨੋ, ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। ਗੁਰੂ ਮਨੁੱਖ ਦੇ ਅੰਦਰੋਂ ਤੇਰ ਮੇਰ ਮਿਟਾ ਕੇ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ। ਹੇ ਭਾਈ, ਪਰਮਾਤਮਾ ਦਾ ਨਾਮ ਅਮੋਲਕ ਹੈ, ਕਿਸੇ ਵੀ ਦੁਨਿਆਵੀ ਕੀਮਤ ਦੇ ਨਾਲ ਨਹੀਂ ਮਿਲ ਸਕਦਾ। ਹਾਂ, ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਆ ਵਸਦਾ ਹੈ। ਹੇ ਭਾਈ, ਭਾਵੇਂ ਪਰਮਾਤਮਾ ਆਪ ਹੀ ਸਭ ਵਿੱਚ ਵਸਦਾ ਹੈ, ਪਰ ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਹੇ ਨਾਨਕ, ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ। ਉਸ ਦਾ ਮਨ ਪਰਮਾਤਮਾ ਦੀ ਯਾਦ ਦੇ ਵਿੱਚ ਭਤੀਜਿਆ ਜਾਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ।
राग बिलावल भला पैला मन मंदर तन वेश कलंदर कटही तीरथ ना एक शब्द मेरे प्राण बस्त है और जन्म ना मन दे दे आग्याल सेती मेरी माई मन दे दे आग्याल सेती मेरी विद्या मन विद्या ज्ञान सेती मेरी माई मन विद्या मन विद्या मन विद्या मन विद्या ज्ञान सेती मन मंदर तन वेश कलंदर मन मंदर तन वेश कलंदर अतही तीरथ ना घतही तीरथ एक शब्द मेरे प्राण बस्त है एक शब्द मेरे प्राण बस्त है और जन्म ना आवा बहुर जन्म ना आवा ना आवा ना आवा मन विद्या दयाल सेती मेरी माई मन विद्या दयाल सेती मेरी माई कौन जाने पीर पराई कौन जाने पीर पराई नाही चिंत पराई हम नाही चिंत
ਅਲਖ ਅਪਾਰਾ ਚਿੰਤਾ ਕਰੋ भरपुर लीना जल धन भरपुर लीना घट घट जोत तुम्हारी घट घट जोत तुम्हारी 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 मन विद्या जाल सृष्टि मेरी माई मन विद्या जाल सृष्टि मेरी माई मन विद्या सिख मत सब बुध तुम्हारी मंदिर शांत तुझ बिन अवर न जाना मेरे साहिबा गुण गवा नित तेरे जी जन्नत सब शरण तुम्हारी हरे माया शरण तुम्हारी सर्व चिंत तुद पासी जो तुद भावे सोई चंगा नानक की अरदास एक नानक की अरदास एक नानक की अरदास विद्या दयाल से मेरी माई मन विद्या दयाल से मेरी माई
ਨੀਰ ਪਰਾਈ ਆਈ ਇੰਦ ਪਰਾਈ ਮਨ ਵਿਦਿਆ ਦਿਆਲ ਸਿਸਤੀ ਮੇਰੀ ਮਾਈ ਮਨ ਵਿਦਿਆ ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਰਾਗ ਬਿਲਾਵਲ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਥਰਡ ਮਹਿਲ ਸੈਕੰਡ ਹਾਊਸ ਚੌਪਦਾਸ। One universal creator God by the grace of the true Guru. This wealth is inexhaustible. It shall never be exhausted, and it shall never be lost. The perfect true Guru has revealed it to me. I am forever a sacrifice to my true Guru. By Guru's grace, I have enshrined the Lord within my mind. They alone are wealthy who lovingly attune themselves to the Lord's name. The perfect Guru has revealed to me the Lord's treasure. By the Lord's grace, it has come to abide in my mind. Pause. He is rid of his demerits, and his heart is permeated with merit and virtue. By Guru's grace, he naturally dwells in celestial peace. True is the word of the perfect Guru's Bani. They bring peace to the mind, and celestial peace is observed within. O my humble siblings of destiny, behold this strange and wonderful thing. Duality is overcome, and the Lord dwells within his mind. The name of the Lord is priceless. It cannot be taken. By Guru's grace, it comes to abide in the mind. He is the one God, abiding within all. Through the Guru's teachings, he is revealed in the heart. One who intuitively knows and realizes God, O Nanak, obtains the Naam. His mind is pleased and appeased. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦੇ ਹੁਕਮਨਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਨਾਮ ਦਾ ਧਨ ਜਿਹੜਾ ਹੈ ਉਹ ਕੋਈ ਲੈ ਨਹੀਂ ਸਕਦਾ, ਚੋਰੀ ਨਹੀਂ ਹੋ ਸਕਦਾ, ਤੇ ਇਹ ਇੱਕ ਐਸਾ ਧਨ ਹੈ ਜਿਹੜਾ ਗੁਆਚਦਾ ਵੀ ਨਹੀਂ। ਤੇ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਜਿਹੜਾ ਸਭ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ, ਪਰ ਗੁਰਮੁਖ ਨੂੰ ਪਤਾ ਲੱਗਦਾ ਹੈ ਗੁਰੂ ਦੀ ਮਤਲਿਆਂ। ਤੇ ਜਿਵੇਂ ਕਿ ਸਾਰੇ ਦੁੱਧ ਦੇ ਵਿੱਚ ਘਿਓ ਤਾਂ ਹੁੰਦਾ ਹੈ, ਪਰ ਪਹਿਲੇ ਦਿਸਦਾ ਨਹੀਂ, ਜੁਗਤੀ ਦੇ ਨਾਲ ਦਿਸਦਾ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਸ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੰਦਾ ਹੈ, ਭਾਵੇਂ ਕਿ ਪਰਮਾਤਮਾ ਦਾ ਨਾਮ ਹਰ ਹਿਰਦੇ ਦੇ ਵਿੱਚ ਹੈ। ਸਤਿਗੁਰੂ ਜੀ ਨੇ ਸਾਨੂੰ ਸੇਧ ਬਖਸ਼ੀ ਹੈ, ਕਿਰਪਾ ਕਰਨ ਸਾਡੇ ਤੇ, ਅਸੀਂ ਇਸ ਰਸਤੇ ਤੇ ਚੱਲ ਸਕੀਏ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ, ਉਹਨਾਂ ਦਾ 400 ਸਾਲਾ ਜਿਹੜਾ ਅਵਤਾਰ ਪੁਰਬ ਹੈ ਉਹ ਕੱਲ ਸਿੱਖ ਜਗਤ ਵੱਲੋਂ ਮਨਾਇਆ ਗਿਆ। ਸਾਡੇ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਲੇਖ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਤੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਗੁਰਸਿੱਖਾਂ ਮਨ ਵਧਾਈਆਂ। ਵਧਾਈਆਂ ਗੁਰਸਿੱਖਾਂ ਮਨ ਵਧਾਈਆਂ।
ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾਂ ਮਨ ਮਿਠਾ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾਂ ਮਨ ਮਿਠਾ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਹਰ ਦਰ ਗਏ ਗੁਰ ਸਿੱਖ ਪਹਿਨਾਈਐ, ਜਿਨਾ ਮੇਰਾ ਸਤ ਗੁਰੂ ਤੁਠਾ। ਹਰ ਦਰ ਗਏ ਗੁਰ ਸਿੱਖ ਪਹਿਨਾਈਐ, ਜਿਨਾ ਮੇਰਾ ਸਤ ਗੁਰੂ ਤੁਠਾ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਨ ਨਾਨਕ ਹਰ ਹਰ ਹੋਇਆ, ਹਰੇ ਹਰ ਮਨ ਉਠਾ। ਜਨ ਨਾਨਕ ਹਰ ਹਰ ਹੋਇਆ, ਹਰੇ ਹਰ ਮਨ ਉਠਾ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ,
ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਚੰਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉਠਾ। ਚੰਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉਠਾ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ, ਜਿਨੀ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਹਾਂਜੀ, ਇਹ ਸਨ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਵਧਾਈਆਂ ਦਾ ਸ਼ਬਦ ਸਰਵਣ ਕੀਤਾ ਹੈ। ਤੇ ਆਓ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। ਤੇਗ ਬਹਾਦਰ ਸਿਮਰਿਐ, ਜਿਸ ਨੂੰ ਗਾਇਨ ਕੀਤਾ ਹੈ ਭਾਈ ਰਵਿੰਦਰ ਸਿੰਘ ਜੀ ਨੇ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਪ੍ਰਥਮ ਪਤੌਤੀ ਸਿਮਰ ਕੇ, ਪ੍ਰਥਮ ਭਗਉਤੀ ਸਿਮਰ ਕੇ। ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਏ ਸਹਾਏ, ਰਾਮਦਾਸ ਹੋਏ ਸਹਾਏ। ਰਾਮਦਾਸ ਹੋਏ ਸਹਾਏ, ਰਾਮਦਾਸ ਹੋਏ ਸਹਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਅਰਜਨ ਹਰ ਗੋਬਿੰਦ ਨੂੰ,
जिस डिठे सब दुख जाए तेग बहादुर सिमरिए कर नाम नित आवे ताए तेग बहादुर सिमरिए कर नाम नित आवे ताए तेग बहादुर सिमरिए तेग बहादुर सिमरिए कर नाम नित आवे ताए कर नाम नित आवे ताए सब थाई होए सहाय 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 तेग बहादुर सिमरिए कर नाम नित आवे ताए तेग बहादुर सिमरिए कर नाम नित आवे ताए तन तन गुरु गोबिंद सिंह जी तन तन गुरु गोबिंद सिंह जी सब ठाई होए सहाय सब ठाई होए सहाय एक बहादुर सिमरिए कर नाम नित आवे ताए एक बहादुर सिमरिए कर नाम नित आवे ताए एक बहादुर सिमरिए कर नाम नित आवे ताए तेग बहादुर सिमरिए कर नाम नित आवे ताए ਹਾਂਜੀ, ਇਹ ਸਨ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਨ ਕੀਤਾ ਹੈ ਤੇ ਆਪ ਜੀ ਸੁਣ ਰਹੇ ਹੋ 97.3 FM ਤੇ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਤੇ ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਜਿਹੜੇ ਲੇਖ ਲੈ ਕੇ ਆਏ ਹਾਂ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਪਹਿਲਾ ਲੇਖ ਸਾਡਾ ਹੈ ਗੁਰਮਤਿ ਪ੍ਰਕਾਸ਼ ਦੇ ਅਪ੍ਰੈਲ 2016 ਅੰਕ ਦੇ ਵਿੱਚੋਂ। ਇਸ ਨੂੰ ਸ਼ਬਦ ਦਿੱਤੇ ਨੇ ਸਰਦਾਰ ਸੁਰਿੰਦਰ ਸਿੰਘ ਜੀ ਨਿਮਾਣਾ ਨੇ ਤੇ ਉਹਨਾਂ ਨੇ ਇਸ ਦਾ ਸ਼ੀਰਸ਼ਕ ਇਸ ਲੇਖ ਦਾ ਦਿੱਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਪੱਖੀ ਦੇਣ। ਨਿਮਾਣਾ ਸਾਹਿਬ ਲਿਖਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਹੀ ਦੇਸ਼, ਕੌਮ ਤੇ ਮਨੁੱਖਤਾ ਦੇ ਵੱਡੇ ਹਿੱਤਾਂ ਜਾਂ ਕਲਿਆਣ ਹਿੱਤ ਕੀਤੀਆਂ ਅਣਗਿਣਤ ਤੇ ਅਦੁੱਤੀ ਕੁਰਬਾਨੀਆਂ ਦੇ ਨਾਲ ਭਰਪੂਰ ਹੈ। ਆਪ ਜੀ ਆਪਣੇ ਯੁੱਗ ਦੀ ਇੱਕ ਸਰਬਸਾਂਝੀ ਤੇ ਅਦੁੱਤੀ ਸ਼ਖਸੀਅਤ ਹਨ। ਕਸ਼ਮੀਰ ਦੇ ਕੱਟੜ ਹੱਠ ਧਰਮੀ ਤਤਕਾਲੀ ਮੁਗਲ ਰਾਜ ਦੇ ਸਤਾਏ ਤੇ ਖੌਫਜ਼ਦਾ ਬ੍ਰਾਹਮਣਾਂ ਦੇ ਵਫਦ ਦਾ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਪੁਕਾਰ ਲੈ ਕੇ ਆਉਣਾ ਤੇ ਉਹਨਾਂ ਨੂੰ ਆਪਣਾ ਦੁੱਖ ਦੱਸਣਾ ਗੁਰੂ ਸਾਹਿਬ ਦੀ ਵਿਲੱਖਣ ਸਰਬਸਾਂਝੀ ਸ਼ਖਸੀਅਤ ਦਾ ਪ੍ਰਤੱਖ ਪ੍ਰਮਾਣ ਹੈ
ਕਿਸੇ ਦੂਸਰੇ ਧਰਮ ਦੇ ਦੁਖੀ ਲੋਕਾਂ ਦੇ ਵਾਸਤੇ ਸੀਸ ਦੇ ਦੇਣਾ ਤੇ ਜ਼ਿੰਦਗੀ ਵਾਰ ਦੇਣਾ ਇਸ ਸੰਸਾਰ ਭਰ ਦੇ ਇਤਿਹਾਸ ਦੇ ਵਿੱਚ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੀ ਹਿੱਸੇ ਆਇਆ ਹੈ। ਬਾਲ ਸ੍ਰੀ ਗੁਰੂ ਗੋਬਿੰਦ ਰਾਏ ਜੀ ਦਾ ਗੁਰੂ ਪਿਤਾ ਨੂੰ ਖੁਦ ਬ੍ਰਾਹਮਣਾਂ ਦੇ ਦਰਦ 'ਚ ਪਸੀਜ ਕੇ ਬਾਲ ਆਜੂ ਦੇ ਸਮੇਂ ਦੇ ਬਹਾਦਰ ਨੂੰ ਸਮਝਾਉਣ ਵਾਸਤੇ ਭਾਵ ਕਿ ਜ਼ਿੰਦਗੀ ਕੁਰਬਾਨ ਕਰਨ ਵਾਸਤੇ ਦਿੱਲੀ ਨੂੰ ਤੋਰਨਾ ਵੀ ਦੁਨੀਆ ਭਰ ਦੇ ਵਿੱਚ ਬੇਮਿਸਾਲ ਤੇ ਹਰ ਸੰਵੇਦਨਸ਼ੀਲ ਹਿਰਦੇ ਵਿੱਚ ਹੈਰਾਨੀ ਤੇ ਬਿਸਮਾਦ ਉਪਜਾਉਣ ਵਾਲਾ ਕਾਰਨਾਮਾ ਹੈ। ਵਕਤ ਦਾ ਕੱਟੜ ਹਠ ਧਰਮੀ ਬਾਦਸ਼ਾਹ ਆਪਣੀ ਪਰਜਾ ਵਿਰੋਧੀ ਕੁਨੀਤੀ ਤੋਂ ਮੋੜਿਆ ਨਾ ਜਾ ਸਕਿਆ। ਬਾਦਸ਼ਾਹ ਔਰੰਗਜ਼ੇਬ ਦੇ ਆਦੇਸ਼ ਨਿਰਦੇਸ਼ ਤੇ ਗੁਰੂ ਜੀ ਦੇ ਨਾਲ ਗਏ ਨਾਮਵਰ ਤੇ ਸੂਝਵਾਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਰੌਂਗਟੇ ਖੜੇ ਕਰ ਦੇਣ ਵਾਲੇ ਤਸੀਹੇ ਦਿੰਦਿਆਂ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਇਸ ਪਿੱਛੇ ਮੁੱਖ ਤੌਰ ਤੇ ਹਕੂਮਤ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖੌਫਜ਼ਦਾ ਕਰਕੇ ਉਹਨਾਂ ਦੇ ਦੁਖੀ ਲੋਕਾਂ ਦੇ ਨਾਲ ਖਣ ਤੇ ਦ੍ਰਿੜ ਇਰਾਦੇ ਤੋਂ ਥੜਕਾਇਆ ਜਾਵੇ, ਜਿਸ ਵਿੱਚ ਹਕੂਮਤ ਦੀ ਨਾ ਸਮਝੀ ਤੇ ਸਿੱਖੀ ਸਿਧਾਂਤਾਂ ਤੋਂ ਅਗਿਆਨਤਾ ਸਾਫ਼ ਝਲਕਦੀ ਹੈ। ਇਸ ਪ੍ਰਕਾਰ ਗੁਰੂ ਜੀ ਨੇ ਹਿੰਦੁਸਤਾਨ ਦੀ ਪੀੜਤ ਲੋਕਾਈ ਅੰਦਰ ਆਪਣੇ ਤਿੰਨ ਚੋਣਵੇਂ ਸਿੱਖਾਂ ਦੀ ਤੇ ਆਪਣੀ ਕੁਰਬਾਨੀ ਦੇ ਕੇ ਇੱਕ ਤਰ੍ਹਾਂ ਨਾਲ ਜਿੱਥੇ ਪੀੜਤ ਧਿਰ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ, ਉੱਥੇ ਉਸ ਪੀੜਤ ਧਿਰ ਨੂੰ ਇੱਕ ਹੱਦ ਤੱਕ ਮਾਨਸਿਕ ਤੇ ਆਤਮਕ ਪੱਧਰ ਦੇ ਧਰਵਾਸ ਤੇ ਤਸੱਲੀ ਵੀ ਦਿੱਤੀ। ਇਹਨਾਂ ਸ਼ਹੀਦੀਆਂ ਦੇ ਨਾਲ ਸਿੱਖੀ ਲਹਿਰ ਦੇ ਵਿੱਚ ਅਥਾਹ ਜੋਰ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਸਿੱਖ ਲਹਿਰ ਜੋਰ ਪਕੜਨ ਲੱਗੀ। 10ਵੇਂ ਗੁਰੂ ਜੀ ਨੇ ਬਚਿੱਤਰ ਨਾਟਕ 'ਚ ਪਿਤਾ ਗੁਰੂ ਜੀ ਦੀ ਸ਼ਹਾਦਤ ਸੰਬੰਧੀ ਕਥਨ ਦਰਜ ਕੀਤੇ ਨੇ। ਇਹ ਕਥਨ ਲੋਕਾਈ 'ਚ ਇਸ ਸ਼ਹਾਦਤ ਦੇ ਪ੍ਰਭਾਵ ਨੂੰ ਦਰਸਾਉਂਦੇ ਨੇ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸੁਰਲੋਕ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਵਤਾਰ 1621 ਈਸਵੀ ਨੂੰ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਇਸ ਸਥਾਨ ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਕਰਕੇ ਜਾਣਿਆ ਜਾਂਦਾ ਹੈ, ਜੋ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨੇੜੇ ਹੀ ਪੈਂਦਾ ਹੈ। ਗੁਰੂ ਜੀ ਦਾ ਪਹਿਲਾ ਨਾਮ ਤਿਆਗਮਲ ਸੀ। ਇਹ ਉਹ ਸਮਾਂ ਸੀ ਜਦੋਂ ਸਮੇਂ ਦੀ ਹਕੂਮਤ ਸਿੱਖ ਲਹਿਰ ਨੂੰ ਦਬਾ ਰਹੀ ਸੀ। ਇਸ ਸੰਬੰਧੀ ਜ਼ਾਲਮ ਹਕੂਮਤ ਵਿਰੁੱਧ ਹੋਈ ਇੱਕ ਲੜਾਈ ਦੇ ਵਿੱਚ ਹਿੱਸਾ ਲੈਂਦੇ ਹੋਏ ਸ੍ਰੀ ਤਿਆਗਮਲ ਜੀ ਨੇ ਤੇਗ ਦੇ ਐਸੇ ਜ਼ੋਰ ਵਿਖਾਏ ਕਿ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਖ ਕੇ ਗਦ ਹੋ ਉੱਠੇ ਅਤੇ ਬਿਸਮਾਦ 'ਚ ਆ ਕੇ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਵਿਆਹ ਮਹਾਨ ਕੋਸ਼ ਅਨੁਸਾਰ 15 ਸੰਮਤ 1699 ਜਾਂ 1632 ਈਸਵੀ ਨੂੰ ਸ਼੍ਰੀ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਜਲੰਧਰ ਵਿਖੇ ਹੋਇਆ। ਆਪ ਨੇ ਚੇਤ ਸੁਦੀ 14 ਸੰਮਤ 1722 ਭਾਵ ਕਿ 20 ਮਾਰਚ 1665 ਈਸਵੀ ਨੂੰ ਗੁਰਿਆਈ ਪ੍ਰਾਪਤ ਕਰਕੇ ਅਨੰਤ ਜੀਵਾਂ ਨੂੰ ਸੁਮਾਰਗ ਪਾਇਆ। ਪ੍ਰਚਾਰ ਲਈ ਜੰਗਲ, ਮਾਲਵਾ, ਪੁਆਧ, ਵਾਂਗਰ, ਪੂਰਬ ਬਿਹਾਰ, ਬੰਗਾਲ ਦੇ ਵਿੱਚ ਵਿਚਰ ਕੇ ਸੱਚਾ ਧਰਮ ਦਰੜਾਇਆ। ਆਪ ਜੀ ਦੀ ਬਾਣੀ ਪ੍ਰੇਮ ਤੇ ਬਰਾਗਮਈ ਹੈ। ਸਤਲੁਜ ਦੇ ਕਿਨਾਰੇ ਪਹਾੜੀ ਰਾਜਿਆਂ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਨਗਰ ਵਸਾਇਆ, ਜੋ ਖਾਲਸੇ ਦੀ ਵਾਸੀ ਹੈ। ਭਾਰਤ ਦਾ ਜ਼ੁਲਮ ਦੂਰ ਕਰਨ ਔਰ ਧਰਮ ਦਾ ਬੀਜ ਰੱਖਣ ਲਈ ਆਪ ਜੀ ਨੇ 1675 ਈਸਵੀ ਨੂੰ ਸ਼ਹੀਦੀ ਪ੍ਰਾਪਤ ਕੀਤੀ।
ਦਸ਼ਮੇਸ਼ ਪਿਤਾ ਜੀ ਵਿਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ, ਠੀਕਰ ਫੋਰ ਦਿੱਲੀ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਨੌਵੇਂ ਸਤਿਗੁਰੂ ਜੀ ਦੀ ਸ਼ਹੀਦੀ ਦਾ ਸ਼ਹੀਦੀ ਅਸਥਾਨ ਸੀਸਗੰਜ ਹੈ, ਜੋ ਕਿ ਦਿੱਲੀ ਦੇ ਵਿੱਚ ਹੈ, ਚਾਂਦਨੀ ਚੌਂਕ ਦੇ ਵਿੱਚ, ਤੇ ਉਹਨਾਂ ਦੀ ਦੇਹ ਦਾ ਸੰਸਕਾਰ ਦੀ ਥਾਂ ਦਾ ਨਾਮ ਰਕਾਬਗੰਜ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਪਹਿਲਾਂ ਉਪਲਬਧ ਪਾਵਨ ਗੁਰਬਾਣੀ ਦਾ ਸਿੱਖ ਸੰਗਤਾਂ ਤੇ ਸਮੇਤ ਸਮੁੱਚੇ ਦੇਸ਼ ਦੀ ਲੋਕਾਈ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ, ਉੱਥੇ ਆਪ ਜੀ ਨੇ ਆਪਣੇ ਮੁਖਾਰਬੰਦ ਤੋਂ ਪਾਵਨ ਬਾਣੀ ਉਚਾਰ ਕੇ ਗੁਰਬਾਣੀ ਦੇ ਅਗੰਮੀ ਖਜ਼ਾਨੇ ਨੂੰ ਵੀ ਮਾਲਾ ਮਾਲ ਕੀਤਾ। ਆਪ ਜੀ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪਣੀ ਨਿਗਰਾਨੀ ਹੇਠ ਦਰਜ ਕਰਵਾਇਆ। ਇਹ ਬਾਣੀ ਵੱਖ-ਵੱਖ ਰਾਗਾਂ ਦੇ ਵਿੱਚ ਅੰਕਿਤ ਕੀਤੇ ਗਏ ਸ਼ਬਦਾਂ ਦੇ ਰੂਪ ਦੇ ਵਿੱਚ ਹੈ। ਇਸ ਦੇ ਇਲਾਵਾ ਗੁਰੂ ਜੀ ਦੀ ਕੁਝ ਬਾਣੀ ਸ਼ਲੋਕਾਂ ਦੇ ਰੂਪ ਵਿੱਚ, ਜੋ ਕਿ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰਾਗ ਮੁਕਤ ਬਾਣੀ ਦੇ ਅੰਤਲੇ ਹਿੱਸੇ ਵਿੱਚ ਦਰਜ ਹੈ। ਰਾਗਵਦ ਬਾਣੀ 'ਚ ਆਪ ਜੀ ਨੇ ਜੈਜਾਵੰਤੀ ਰਾਗ ਉਪਯੋਗ ਦੇ ਵਿੱਚ ਲਿਆਂਦਾ, ਜੋ ਆਪ ਦੀ ਮੌਲਿਕ ਦੇਣ ਕਹੀ ਜਾ ਸਕਦੀ ਹੈ। ਜੈਜਾਵੰਤੀ ਰਾਗ ਨੂੰ ਵਿਸ਼ੇਸ਼ ਤੌਰ ਤੇ ਤੇਜਸਵੀ ਰਾਗ ਸਵੀਕਾਰਿਆ ਗਿਆ ਹੈ, ਜਿਸ ਨੂੰ ਇਹਨਾਂ ਪਾਵਨ ਤੁਕਾਂ ਤੋਂ ਪ੍ਰਤਿਬਿੰਬਤ ਹੁੰਦਾ ਵੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1352 ਅੰਕ। ਇਸ ਸਮੁੱਚੀ ਬਾਣੀ ਦੇ ਵਿੱਚ ਬੈਰਾਗ ਦਾ ਤੱਤ ਬੜਾ ਭਰਪੂਰ ਹੈ, ਜੋ ਕਿ ਸ਼ੁੱਧ ਰੂਹਾਨੀ ਪ੍ਰਕਿਰਤੀ ਵਾਲਾ ਹੈ। ਇਹ ਸੰਸਾਰ ਨਾਲੋਂ ਤੋੜ ਵਿਛੋੜਾ ਨਹੀਂ ਕਰਵਾਉਂਦਾ ਤੇ ਸਾਨੂੰ ਆਪਣੇ ਜਿੰਮੇ ਲੱਗਦੇ ਫਰਜ਼ਾਂ ਦੀ ਪੂਰਤੀ ਤੋਂ ਮੂੰਹ ਵੀ ਨਹੀਂ ਭਵਾਉਣ ਦਿੰਦਾ, ਸਗੋਂ ਇਸ ਬੈਰਾਗ ਦੇ ਇਹਨਾਂ ਫਰਜ਼ਾਂ ਦੀ ਸ਼ਾਨਦਾਰ ਪੂਰਤੀ ਕਰਨ ਦੇ ਲਈ ਪ੍ਰੇਰਨਾ ਕਰਦਾ ਹੈ। ਇਹ ਸਾਡਾ ਜੀਵਨ ਮਾਰਗ ਰੁਸ਼ਨਾਉਂਦਾ ਹੈ ਤੇ ਦੁੱਖ ਤੇ ਸੁੱਖ ਦੋਨੋਂ ਇਨਸਾਨੀ ਜੀਵਨ ਦਾ ਅਨਿੱਖੜਵਾਂ ਹਿੱਸਾ ਨੇ, ਐਸਾ ਸਾਨੂੰ ਸਮਝਾਉਂਦਾ ਹੈ। ਅਸੀਂ ਸੁੱਖ ਸੁਵਿਧਾਵਾਂ ਦੇ ਬਹੁਤ ਜ਼ਿਆਦਾ ਇੱਛਾਵਾਨ ਨਹੀਂ ਬਣਨਾ, ਦੁੱਖ ਦੀ ਸਥਿਤੀ ਦੇ ਵਿੱਚ ਅਡੋਲ ਰਹਿਣ ਦੀ ਜ਼ਰੂਰਤ ਹੈ। ਦਰਅਸਲ ਮਨੁੱਖ ਨੂੰ ਸੱਚੇ ਗਿਆਨ ਦੀ ਸੇਧ 'ਚ ਮਨ ਨੂੰ ਡੋਲਣ ਤੋਂ ਬਚਾਉਣ ਦੀ ਲੋੜ ਹੈ। ਝੂਠੀ ਪ੍ਰਸ਼ੰਸਾ, ਜੰਖ ਸ਼ਾਮਦ ਤੇ ਨਿੰਦਿਆ ਚੁਗਲੀ ਜਿਹੇ ਨਾਵਾਚਕ ਵਰਤਾਰੇ ਤੋਂ ਬਚਣ ਦੀ ਜ਼ਰੂਰਤ ਹੈ। ਸਤਿਗੁਰੂ ਜੀ ਦੀ ਬਾਣੀ 219 ਅੰਗ ਤੇ ਇਸ ਤਰ੍ਹਾਂ ਸਾਨੂੰ ਉਪਦੇਸ਼ ਕਰਦੀ ਹੈ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਗੁਰੂ ਜੀ ਸਾਨੂੰ ਨਿੱਜ ਪਰਿਵਾਰਕ ਮੋਹ ਤੋਂ ਉੱਪਰ ਉੱਠਣ ਦੀ ਵੀ ਜ਼ੋਰਦਾਰ ਪ੍ਰੇਰਨਾ ਦਿੰਦੇ ਨੇ, ਕਿਉਂਕਿ ਸਮਾਜ, ਦੇਸ਼, ਕੌਮ ਤੇ ਮਨੁੱਖਤਾ ਦੇ ਭਲੇ ਵਾਸਤੇ ਇਸ ਮੋਹ ਤੋਂ ਉਚੇਚੇ ਹੋ ਕੇ ਕੁਝ ਕੀਤਾ ਜਾ ਸਕਦਾ ਹੈ। ਤੇ ਸਤਿਗੁਰੂ ਜੀ ਨੇ ਫਰਮਾਇਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਬਿਨ ਤੇਰਾ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਗੁਰੂ ਜੀ ਦੇ ਬੈਰਾਗ ਦਰਸ਼ਨ ਦੇ ਵਿੱਚ ਜਵਾਨੀ ਦੀ ਅਵਸਥਾ ਨੂੰ ਸੰਭਾਲਣ ਵਾਸਤੇ ਜ਼ੋਰਦਾਰ ਪ੍ਰੇਰਨਾ ਵਿਦਮਾਨ ਹੈ, ਕਿਉਂਕਿ ਆਮ ਕਰਕੇ ਬੁਢਾਪਾ ਆਪਣੀਆਂ ਬੇਵਸੀਆਂ ਤੇ ਲਾਚਾਰੀਆਂ ਕਾਰਨ ਇਸ ਰਾਹ 'ਚ ਰੁਕਾਵਟ ਬਣ ਸਕਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਗੁਰੂ ਜੀ ਦੀ ਬਾਣੀ ਸਮੂਹ ਮਨੁੱਖਤਾ ਲਈ ਬਹੁਤ ਹੀ ਕਲਿਆਣਕਾਰੀ ਹੈ, ਕਿਉਂਕਿ
ਸਾਨੂੰ ਮੋਹ ਤੇ ਲਾਲਸਾਵਾਂ ਤੋਂ ਬਹੁਤ ਜ਼ੋਰਦਾਰ ਰੂਪ ਦੇ ਵਿੱਚ ਪ੍ਰੇਰਿਤ ਕਰਦੀ ਹੈ। ਸਾਨੂੰ ਅੱਜ ਇਸ ਬੈਰਾਗਮਾਈ ਬਾਣੀ ਦੀ ਮੂਲ ਪ੍ਰੇਰਨਾ ਨੂੰ ਖਾਸ ਤੌਰ ਤੇ ਸਮਝਣਾ ਤੇ ਅਪਣਾਉਣਾ ਹੋਵੇਗਾ, ਤਾਂ ਜੋ ਅਸੀਂ ਵਰਤਮਾਨ ਮਾਇਆਵਾਦੀ ਯੁੱਗ ਦੇ ਵਿੱਚ ਮਾਇਆ ਦੀ ਦੌੜ ਤੋਂ ਬਚ ਕੇ ਸਾਰਥਕ ਜੀਵਨ ਗੁਜ਼ਾਰਨ ਦਾ ਉਦਮ ਕਰ ਸਕੀਏ। ਸੋ ਇਹ ਸੀ ਲੇਖ ਜਿਹੜਾ ਸਰਦਾਰ ਸੁਰਿੰਦਰ ਸਿੰਘ ਜੀ ਨਿਮਾਣਾ ਦਾ ਲਿਖਿਆ ਹੋਇਆ ਅਸੀਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਤੇ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। ਕਾਹੇ ਰੇ ਵਨ ਖੋਜਨ ਜਾਈ। ਇਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਮਹੱਲਾ ਨੋ। ਕਾਹੇ ਰੇ ਮਨ ਭੋਜਨ ਜਾਈ, ਕਾਹੇ ਰੇ ਮਨ ਭੋਜਨ ਜਾਈ, ਕਾਹੇ ਰੇ ਮਨ ਭੋਜਨ। ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਕਾਹੇ ਰੇ ਮਨ ਭੋਜਨ ਜਾਈ, ਕਾਹੇ ਰੇ ਮਨ ਭੋਜਨ ਜਾਈ, ਕਾਹੇ ਰੇ ਮਨ ਭੋਜਨ। ਕੋਪ ਮਦ ਜੋ ਪਾਸ ਬਸਤ ਹੈ, कोप मद जो बास बसत है, मुकर माहे जैसे शाई, मुकर माहे जैसे शाई, कोप मद जो बास बसत है। कोप मद जो बास बसत है, मुकर माहे जैसे शाई, मुकर माहे जैसे शाई। तैसे ही हर बसे निरंतर, तैसे ही हर बसे निरंतर, गाट ही खोजो पाई, घाट ही खोजो पाई, तैसे ही हार बसे निरंतर।
तैसे ही हार बसे निरंतर गाट ही खोजो पाई घाट ही खोजो पाई घाट ही खोजो पाई काहे रे बन भोजन जाई काहे रे बन भोजन जाई सर्व निवासी सदा ले पाओ सर्व निवासी सदा ले पातो ही संग समाई काहे रे मन भोजन जाई काहे रे मन भोजन जाई बाहर भीतर एको जान हो बाहर भीतर एको जान हो एहो गुर ज्ञान बताई एहो गुर ज्ञान बताई बाहर भीतर एको जान हो बाहर भीतर एको जान हो एहो गुर ज्ञान बताई एहो गुर ज्ञान बताई जन नानक बिन आपा चीने जन नानक बिन आपा चीने मिटे ना भरम की काई मिटे ना भरम की काई जन नानक बिन आपा जीने जन नानक बिन आपा जीने मिटे ना भरम की काई मिटे ना भरम की काई मिटे ना भरम की काई काहे रे मन भोजन जाई काहे रे मन भोजन जाई सर्व निवासी सदा अलेपा सर्व निवासी सदा अलेपा तो ही संग समाई काहे रे मन भोजन जाई काहे रे मन भोजन जाई बन बन फिरती खोजती हारी बहो अवगाहे बन बन फिरती
खोजती हारी बहु अवगाहे नानक बेटे साध जब नानक बेटे साध जब हर पाया मन माहे काहे रे मन भोजन जाई काहे रे मन भोजन जाई सर्व निवासी सदा अलेपा सर्व निवासी सदा अलेपा दो ही संग समापी काहे रे मन भोजन जाई काहे रे मन भोजन जाई काहे रे मन भोजन जाई। ਹਾਂਜੀ, ਇਹ ਸਨ ਭਾਈ ਸਵਿੰਦਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਤੇ ਅਗਰ ਆਪ ਜੀ ਨੇ ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਸਾਡੇ ਵੱਲੋਂ ਇੱਕ ਵਾਰ ਫੇਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਅਵਤਾਰ ਪੁਰਬ ਦੀ 400 ਸਾਲਾਂ ਦੀ ਲੱਖ ਲੱਖ ਵਧਾਈ ਹੋਵੇ। ਤੇ ਅਗਲਾ ਜਿਹੜਾ ਲੇਖ ਹੈ ਉਹ ਇਹ ਜਿਹੜਾ ਸ਼ਬਦ ਅਸੀਂ ਸੁਣਿਆ ਹੈ, ਕਾਹੇ ਰੇ ਵਨ ਖੋਜਣ ਜਾਈ, ਉਸੇ ਦੇ ਬਾਰੇ ਵਿੱਚ ਹੈ। ਤੇ ਇਸ ਦਾ ਸ਼ੀਰਸ਼ਕ ਦਿੱਤਾ ਹੈ ਲੇਖਕ ਸਰਦਾਰ ਜਸਵਿੰਦਰ ਸਿੰਘ ਜੀ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਿਆਗ ਦਾ ਸੰਕਲਪ। ਤੇ ਇਹ ਲੇਖ ਗੁਰਮਤਿ ਪ੍ਰਕਾਸ਼ ਦੇ ਅਪ੍ਰੈਲ 2017 ਦੇ ਵਿੱਚ ਛਪਿਆ ਸੀ। ਲੇਖਕ ਲਿਖਦਾ ਹੈ ਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਵਿਵਿਧ ਭਾਂਤ ਦਾ ਤਿਆਗ ਮੰਨਿਆ ਗਿਆ ਹੈ। ਕਿਸੇ ਜਗਤ ਦੇ ਪਦਾਰਥਾਂ ਤੋਂ ਘਿਰਨਾ ਜ਼ਾਹਰ ਕਰਕੇ ਘਰ-ਬਾਰ ਦਾ ਤਿਆਗ ਮੰਨਿਆ ਗਿਆ ਹੈ ਤੇ ਕਿਤੇ ਕਰਤੱਵ ਰੂਪ ਕੰਮਕਾਰ ਕਰਦਿਆਂ ਹੋਇਆਂ ਫਲ ਦੀ ਇੱਛਾ, ਮੋਹ ਦੀ ਇੱਛਾ ਅਰਥਾਤ ਹਉਮੈ ਤਿਆਗਣ ਲਈ ਕਿਹਾ ਗਿਆ ਹੈ। ਐਸਾ ਭਾਰਤੀ ਸੰਸਕ੍ਰਿਤੀ ਦੇ ਵਿੱਚ ਹੈ। ਤੇ ਆਮ ਇਹ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜਦੋਂ ਕੋਈ ਉਮਰ ਦੇ ਵਿੱਚ ਜਿਹੜਾ ਹੈ ਥੋੜਾ ਅੱਗੇ ਚੱਲ ਜਾਂਦਾ ਸੀ ਤੇ ਉਹ ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਨੂੰ ਭਗਤੀ ਕਰਨ ਚਲਾ ਜਾਂਦਾ ਸੀ ਤੇ ਇੱਕ ਕਿਸਮ ਦਾ ਤਿਆਗੀ ਬਣ ਜਾਂਦਾ ਸੀ। ਤੇ ਕੋਸ਼ਕਾਰਾਂ ਨੇ ਤਿਆਗ ਦੇ ਅਨੇਕਾਂ ਅਰਥ ਕੀਤੇ ਨੇ। ਮਹਾਨ ਕੋਸ਼ ਅਨੁਸਾਰ ਤਿਆਗ ਸ਼ਬਦ ਦਾ ਅਰਥ ਹੈ ਛੱਡ ਕੇ ਚਲੇ ਜਾਣਾ, ਕਿਸੇ ਵਸਤੂ ਤੋਂ ਆਪਣਾ ਹਰ ਪੱਖੋਂ ਨਾਤਾ ਤੋੜ ਲੈਣਾ ਤਿਆਗ ਮੰਨਿਆ ਗਿਆ ਹੈ। ਗੁਰੂ ਸਾਹਿਬਾਨ ਨੇ ਨਿਵਰਤੀ ਮਾਰਗ ਜਾਂ ਸੰਸਾਰ ਤਿਆਗ ਕੇ ਬਣਾ ਜਾਂ ਜੰਗਲਾਂ ਨੂੰ ਚਲੇ ਜਾਣ ਨੂੰ ਚੰਗਾ ਨਹੀਂ ਸਮਝਿਆ। ਇਹ ਮਾਰਗ ਅਧਿਆਤਮਕ ਦ੍ਰਿਸ਼ਟੀ ਤੋਂ ਠੀਕ ਨਹੀਂ ਤੇ ਨਾ ਹੀ ਸਮਾਜਿਕ ਨਜ਼ਰੀਏ ਤੋਂ ਠੀਕ ਹੈ, ਬਲਕਿ ਹਾਨੀਕਾਰਕ ਹੈ। ਗੁਰਮਤਿ ਦਾ ਵਿਚਾਰ ਹੈ ਪਰਮਾਤਮਾ ਜੰਗਲਾਂ ਤੇ ਪਹਾੜਾਂ ਦੇ ਇਕਾਂਤ ਵਿੱਚ ਨਹੀਂ, ਉਹ ਹਰ ਥਾਂ ਹਰ ਜੀਵ ਦੇ ਵਿੱਚ ਹੈ। ਉਸ ਦੇ ਅੰਦਰ ਹੁੰਦਿਆਂ ਬਾਹਰ ਟੋਲਣਾ ਵਹਿਮ ਹੈ। ਜੋਗੀ ਜਾਂ ਸੰਨਿਆਸੀ ਸਮਝਦੇ ਸਨ ਤੇ ਅੱਜ ਵੀ ਸਮਝਦੇ ਨੇ ਕਿ ਸੰਸਾਰ ਛੱਡ ਕੇ ਉਹ ਵਿਕਾਰਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਣਗੇ, ਪਰ ਵਿਕਾਰਾਂ ਦੇ ਵਿੱਚ ਖਚਿਤ ਹੋਣ ਜਾਂ ਇਹਨਾਂ ਤੋਂ ਭਿੱਜ ਰਹਿਣ ਦਾ ਬਹੁਤਾ ਨਿਰਭਰ ਮਨ ਤੇ ਹੈ। ਜੇ ਮਨ ਨੂੰ ਸਾਧਿਆ ਨਹੀਂ ਤਾਂ ਵਿਕਾਰ ਨਾਲ ਹੀ ਰਹਿੰਦੇ ਨੇ ਤੇ ਪਰੇਸ਼ਾਨ ਕਰਦੇ ਰਹਿੰਦੇ ਨੇ। ਇਸ ਤਰ੍ਹਾਂ ਅਜਿਹੇ ਤਿਆਗੀ ਵਿਚਕਾਰ ਹੀ ਲਟਕਦੇ ਰਹਿੰਦੇ ਨੇ, ਨਾ ਉਹ ਗ੍ਰਹਸਥੀ ਰਹਿੰਦੇ ਨੇ ਤੇ ਨਾ ਹੀ ਸੰਨਿਆਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਵਧੇਰੇ ਜ਼ੋਰ ਇਸ ਵਿਕਾਰੀ ਜੀਵਨ ਤੋਂ ਬਚਣ ਲਈ ਦਿੱਤਾ ਗਿਆ ਹੈ। ਜਿਹੜਾ ਜੀਵਨ ਉਹਨਾਂ ਆਪ ਜੀਵਿਆ, ਉਹਨਾਂ ਦਾ ਤਿਆਗ ਦੁਨੀਆ ਤੋਂ ਨਹੀਂ ਵਿਕਾਰਾਂ ਤੋਂ ਤਿਆਗ ਸਿਖਾਉਂਦਾ ਹੈ।
ਅਧਿਆਤਮਕਤਾ ਦੀ ਪ੍ਰਾਪਤੀ ਦੇ ਰਾਹ ਵਿੱਚ ਲਈ ਸਭ ਤੋਂ ਵੱਡੀ ਸਮੱਸਿਆ ਹੈ ਸੁਰਤ ਦਾ ਸਥਿਰ ਨਾ ਹੋਣਾ। ਸੁਰਤ ਦੀ ਸਥਿਰਤਾ ਘਰ-ਬਾਰ ਤਿਆਗਣ ਦੇ ਨਾਲ ਨਹੀਂ ਹੁੰਦੀ। ਮਨੁੱਖੀ ਮਨ ਧਨ ਪਦਾਰਥ ਮੋਹ ਮਾਇਆ ਦੇ ਰਸਾਂ ਦੇ ਵਿੱਚ ਫਿਰ ਵੀ ਲਿਵਲੀਨ ਰਹਿੰਦਾ ਹੈ। ਜ਼ਿੰਦਗੀ ਤੋਂ ਭੱਜਣ ਦੇ ਨਾਲ ਇਹਨਾਂ ਪ੍ਰਵਿਰਤੀਆਂ ਦਾ ਖਾਤਮਾ ਨਹੀਂ ਹੁੰਦਾ, ਸਗੋਂ ਇਹ ਹੋਰ ਪ੍ਰਚੰਡ ਹੋ ਜਾਂਦੀਆਂ ਨੇ, ਭਾਵ ਤੇਜ਼ ਹੋ ਜਾਂਦੀਆਂ ਨੇ। ਜ਼ਿੰਦਗੀ ਦੇ ਰਸ ਰੰਗ ਰਸ ਉਸ ਅੰਦਰ ਅਵਸ਼ ਭਟਕਣ ਪੈਦਾ ਕਰਦੇ ਨੇ। ਸੋ ਸੁਰਤ ਦੇ ਟਿਕਾਅ ਦੇ ਲਈ ਜੀਵਨ ਕਰਤੱਵ ਨੂੰ ਅੰਤਰਮੁਖੀ ਹੋਣ ਦੀ ਜ਼ਰੂਰਤ ਹੈ। ਅੰਤਰਮੁਖੀ ਲਈ ਆਪੇ ਦੀ ਪੜਚੋਲ ਜ਼ਰੂਰੀ ਹੈ। ਆਪੇ ਦੀ ਪੜਚੋਲ ਦੇ ਲਈ ਤਿਆਗ ਦੀ ਜ਼ਰੂਰਤ ਹੈ, ਅਰਥਾਤ ਮਨੁੱਖੀ ਮਨ ਨੂੰ ਬਾਹਰੋਂ ਹੋਣ ਤੇ ਸਥਿਰ ਹੋਣ ਦੇ ਲਈ ਵਿਨਾਸ਼ਕ ਬਿਰਤੀਆਂ ਤੇ ਨਖਿੱਧ ਔਗਣਾਂ ਦੇ ਤਿਆਗ ਦੀ ਜ਼ਰੂਰਤ ਹੈ। ਇਸੇ ਤਿਆਗ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜ਼ੋਰ ਦਿੱਤਾ ਹੈ। ਵਿਸ਼ੇ ਵਾਸ਼ਨਾ ਦੇ ਜ਼ਹਿਰੀ ਰਸ ਨੂੰ ਤਿਆਗਣਾ ਹੀ ਅਸਲ ਤਿਆਗ ਹੈ, ਪਰ ਜੋਗੀਆਂ ਦਾ ਤਿਆਗ ਵਿਖਾਵਾ ਬਣ ਕੇ ਰਹਿ ਗਿਆ। ਉਹਨਾਂ ਨੇ ਘਰ-ਬਾਰ ਤਿਆਗ ਦਿੱਤਾ, ਨੰਗੇ ਰਹਿਣ ਲੱਗ ਪਏ, ਮੌਨ ਧਾਰ ਲਿਆ। ਗੁਰਮਤਿ ਵਿੱਚ ਅਜਿਹੇ ਤਿਆਗ ਦੀ ਨਿਖੇਧੀ ਕੀਤੀ ਗਈ ਹੈ ਤੇ ਸੱਚੇ ਤਿਆਗ ਦੀ ਸਿੱਖਿਆ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ 59 ਸ਼ਬਦਾਂ ਤੇ 57 ਸਲੋਕਾਂ ਦੇ ਵਿੱਚ ਹੈ ਤੇ 15 ਰਾਗਾਂ ਦੇ ਵਿੱਚ ਇਹ ਬਾਣੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਤਿਆਗ ਦਾ ਸੰਕਲਪ ਇਸ ਪ੍ਰਕਾਰ ਹੈ। ਲੇਖਕ ਹੁਣ ਡਿਟੇਲ ਦੇ ਵਿੱਚ ਸਾਨੂੰ ਸਮਝਾਵੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਕਾਮ ਦੇ ਤਿਆਗ ਦਾ ਜ਼ਿਕਰ ਹੈ। ਇਹ ਮਨੁੱਖ ਦੇ ਅੰਦਰ ਬੜਾ ਬਲੀ ਚੋਰ ਹੈ। ਗੁਰਬਾਣੀ ਦੇ ਵਿੱਚ ਥਾਂ-ਥਾਂ ਤੇ ਕਾਮ ਤੋਂ ਬਚਣ ਲਈ ਆਖਿਆ ਗਿਆ ਹੈ, ਕਿਉਂਕਿ ਕਾਮ ਤੇ ਕ੍ਰੋਧ ਕਾਇਆ ਨੂੰ ਗਾਲ ਦਿੰਦੇ ਨੇ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਥਾਂ-ਥਾਂ ਤੇ ਕਾਮ ਤੋਂ ਬਚਣ ਲਈ ਸਾਨੂੰ ਉਪਦੇਸ਼ ਹੈ। ਅੰਗ 219 ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਲੇਖ ਨੂੰ ਅੱਗੇ ਵਧਾਵਾਂਗੇ। साधो मन का मान त्यागो, साधो मन का मान त्यागो, काम क्रोध संगत दुर्जन की, काम क्रोध संगत दुर्जन की, ताते अहनस पागो, साधो मन का मान त्यागो, साधो मन का मान त्यागो। सुख दुख दोनों समकार जाने, सुख दुख दोनों समकार जाने, और मान अपमाना, और मान अपमाना, हर सोग तेरा है पीता, हर सोग तेरा है पीता, बिन जागता तू पछाना, बिन जागता तू पछाना, काम
ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਕਿਨਹੂ ਗੁਰਮੁਖ ਜਾਣਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਪਾਗੋ। ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਪਾਗੋ। ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਮਨ ਕਾ ਮਾਨ ਤਿਆਗੋ। ਉਸਤਤ ਨਿੰਦਾ ਤੂੰ ਤਿਆਗੈ। ਉਸਤਤ ਨਿੰਦਾ ਤੂੰ ਤਿਆਗੈ। ਖੋਜੈ ਪਦ ਨਿਰਵਾਣਾ। ਖੋਜੈ ਪਦ ਨਿਰਵਾਣਾ। ਜਨ ਨਾਨਕ ਇਹ ਖੇਲ ਕਠਨ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਕਿਨਹੂ ਗੁਰਮੁਖ ਜਾਣਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਪਾਗੋ। ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਮਨ ਕਾ, ਸਾਧੋ ਮਨ ਕਾ, ਸਾਧੋ ਮਨ ਕਾ ਮਾਨ ਤਿਆਗੋ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਤੇ ਅਸੀਂ ਆਪ ਜੀ ਦੇ ਨਾਲ ਲੇਖ ਸਾਂਝਾ ਕਰ ਰਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਤਿਆਗ ਦਾ ਸੰਕਲਪ ਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਕਾਮ ਦਾ ਤਿਆਗ ਦਾ ਇਹ ਸਾਨੂੰ ਉਪਦੇਸ਼ ਹੈ, ਕਿਉਂਕਿ ਇਹ ਜਿਹੜਾ ਕਾਮ ਹੈ ਬਹੁਤ ਹੀ ਬਲੀ ਚੋਰ ਹੈ ਜੋ ਲੁੱਟਦਾ ਹੈ। ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਕਾਮ ਤੋਂ ਬਚਣ ਲਈ ਉਪਦੇਸ਼ ਹੈ, ਕਿਉਂਕਿ ਕਾਮ ਤੇ ਕ੍ਰੋਧ ਕਾਇਆ ਭਾਵ ਕੇ ਸਰੀਰ ਨੂੰ ਗਾਲ ਦਿੰਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 219 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਰਮਾਉਂਦੇ ਨੇ ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਗੁਰਬਾਣੀ ਦੇ ਵਿੱਚ ਕ੍ਰੋਧ ਤੇ ਤਿਆਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕ੍ਰੋਧ ਦਾ ਅਰਥ ਹੈ ਗੁੱਸਾ। ਮਨੁੱਖ ਦੀ ਜਦੋਂ ਕੋਈ ਇੱਛਾ ਪੂਰੀ ਨਹੀਂ ਹੁੰਦੀ ਜਾਂ ਉਸ ਦਾ ਹੁਕਮ ਕੋਈ ਮੰਨਦਾ ਨਹੀਂ ਤਾਂ ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ, ਤਾਂ ਉਹ ਕ੍ਰੋਧਵਾਨ ਹੋ ਕੇ ਅਕਲ ਜਿਹੜੀ ਆ ਤਿਆਗ ਕੇ ਲੜਾਈ ਝਗੜੇ ਤੇ ਬੈਰ ਵਿਰੋਧ ਆਦਿ ਕਰਦਾ ਹੈ। ਕ੍ਰੋਧ ਵੀ ਨਾਸ਼ ਦਾ ਕਾਰਨ ਬਣਦਾ ਹੈ। ਇਹ ਇੱਕ ਮਾਨਸਿਕ ਕਮਜ਼ੋਰੀ ਹੈ। ਕ੍ਰੋਧ ਦੇ ਵਿੱਚ ਪਾਗਲ ਹੋਇਆ ਵਿਅਕਤੀ ਹਰ ਇੱਕ ਕਰਮ ਕਰੀ ਜਾਂਦਾ ਹੈ, ਇਸ ਲਈ ਇਸ ਦਾ ਤਿਆਗ ਬਹੁਤ ਜ਼ਰੂਰੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕ੍ਰੋਧ ਨੂੰ ਤਿਆਗਣ ਦੇ ਲਈ ਆਖਦੇ ਨੇ ਤਾਂ ਕਿ ਮਨੁੱਖ ਸ਼ਾਂਤੀ ਦੇ ਨਾਲ ਰਹਿ ਕੇ ਹਰੀ ਨਾਮ ਦੇ ਵਿੱਚ ਆਪਣੀ ਲਿਵ ਜੋੜ ਸਕੇ।
ਕਠਨ ਕਰੋਧ ਘਟ ਹੀ ਕੇ ਭੀਤਰ ਜੈ ਸੁਧ ਸਭ ਬਿਸਰਾਈ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਕ੍ਰੋਧ ਨੂੰ ਕਲਯੁਗ ਦਾ ਮੂਲ ਵੀ ਆਖਿਆ ਗਿਆ ਹੈ। ਕ੍ਰੋਧ ਜੀਵਾਂ ਨੂੰ ਵਸ ਕਰਕੇ ਬਾਂਦਰ ਦੇ ਵਾਂਗ ਨਚਾਉਂਦਾ ਹੈ। ਇਸ ਦੇ ਅਧੀਨ ਹੀ ਮਨੁੱਖ ਮੰਦ ਕਰਮੀ ਬਣਿਆ ਰਹਿੰਦਾ ਹੈ। ਮਨੁੱਖ ਦੀ ਲਾਲਸਾ ਵੱਧਦੀ ਰਹਿੰਦੀ ਹੈ। ਉਸ ਸਮੇਂ ਮਨੁੱਖ ਭੋਗਾਂ ਨੂੰ ਭੋਗਦਾ ਨਹੀਂ, ਸਗੋਂ ਉਹਨਾਂ ਭੋਗਾਂ ਦੇ ਦੁਆਰਾ ਭੋਗਿਆ ਜਾਂਦਾ ਹੈ। ਮਨੁੱਖ ਦਾ ਅੰਦਰਲਾ ਜੋ ਤੀਸਰਾ ਵਿਕਾਰ ਹੈ ਉਹ ਹੈ ਲੋਭ। ਲੋਭ ਲਾਲਚ ਦਾ ਦੂਜਾ ਨਾਮ ਹੈ। ਜਦੋਂ ਆਦਮੀ ਕਿਸੇ ਹੋਰ ਵਿਅਕਤੀ ਦੀ ਚੀਜ਼ ਨੂੰ ਆਪਣੀ ਬਣਾਉਣ ਦੇ ਲਈ ਯਤਨ ਕਰਦਾ ਹੈ ਤਾਂ ਉਹ ਲੋਭੀ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਸਾਰੀਆਂ ਵਸਤਾਂ ਨੂੰ ਕਬਜ਼ੇ ਹੇਠ ਲੈਣ ਦੇ ਲਈ ਲੋਭ ਕਰਨਾ ਸ਼ੁਰੂ ਕਰ ਦਿੰਦਾ ਹੈ, ਜੋ ਉਸ ਦੀਆਂ ਨਹੀਂ ਹੁੰਦੀਆਂ। ਜਿੱਥੇ ਲੋਭ ਹੈ ਉੱਥੇ ਪਿਆਰ ਨਹੀਂ, ਜਿੱਥੇ ਪਿਆਰ ਹੈ ਉੱਥੇ ਲੋਭ ਨਹੀਂ। ਲੋਭ ਦੇ ਤਿਆਗ ਦੇ ਲਈ ਉਪਦੇਸ਼ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਕਹਾਂ ਭੂਲਿਓ ਰੇ ਝੂਠੇ ਲੋਭ ਲਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੰਗ 1187। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੋਹ ਦੇ ਤਿਆਗ ਤੇ ਵੀ ਜ਼ੋਰ ਦਿੱਤਾ ਹੈ। ਮੋਹ ਦਾ ਅਰਥ ਹੈ ਇਸ ਦਿਸਦੇ ਵਸਦੇ ਸੰਸਾਰ ਦੀਆਂ ਵਸਤਾਂ, ਜੀਵਾਂ ਆਦਿ ਲਈ ਮਨ ਦੇ ਵਿੱਚ ਖਿੱਚ। ਇਹ ਵੀ ਅਗਿਆਨਤਾ ਦਾ ਸਿੱਟਾ ਹੈ। ਅਸੀਂ ਉਹਨਾਂ ਵਸਤਾਂ ਮਗਰ ਹਰ ਵੇਲੇ ਨੱਠੇ ਭੱਜੇ ਫਿਰਦੇ ਹਾਂ ਜੋ ਅਸਲ ਵਿੱਚ ਛਲ ਹੀ ਹੁੰਦੀਆਂ ਨੇ। ਉਹਨਾਂ ਦੀ ਪ੍ਰਾਪਤੀ ਲਈ ਅਸੀਂ ਜਿਹੜੇ ਕਰਮ ਕਰਦੇ ਹਾਂ ਉਹ ਸਾਡੇ ਲਈ ਪਾਪ ਬਣ ਜਾਂਦੇ ਨੇ। ਮੋਹ ਕਾਲਖ ਦਾ ਘਰ ਹੈ ਅਤੇ ਮੋਹ ਸਾਰੇ ਸੰਸਾਰ ਨੂੰ ਗਰਕ ਕਰਦਾ ਹੈ। ਮੋਹ ਪ੍ਰਭੂ ਭਗਤੀ ਦੇ ਵਿੱਚ ਰੁਕਾਵਟ ਪਾਉਂਦਾ ਹੈ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮਨੁੱਖ ਦਾ ਆਪਣੇ ਸਰੀਰ ਪ੍ਰਤੀ ਮੋਹ, ਆਪਣੇ ਸੰਬੰਧੀਆਂ ਪ੍ਰਤੀ ਮੋਹ ਅਤੇ ਜਗਤ ਪ੍ਰਤੀ ਮੋਹ ਦੇ ਤਿਆਗ ਦੇ ਉੱਤੇ ਜ਼ੋਰ ਦਿੱਤਾ ਹੈ। ਮਨੁੱਖ ਦਾ ਸਰੀਰ ਜਿਹੜਾ ਹੈ ਇਹ ਖਤਮ ਹੋਣ ਵਾਲਾ ਹੈ, ਬਿਨਸਣਹਾਰ ਹੈ ਤੇ ਇਸੇ ਦੇ ਸੰਬੰਧ ਰਿਸ਼ਤੇ ਵੀ ਟੁੱਟਣਹਾਰ ਨੇ। ਇਨਸਾਨ ਹਮੇਸ਼ਾ ਰਿਸ਼ਤੇ ਨਾਤਿਆਂ ਦੇ ਚੱਕਰ ਵਿੱਚ ਉਲਝਿਆ ਰਹਿੰਦਾ ਹੈ। ਇਸਤਰੀ, ਪੁੱਤਰ, ਧੀ, ਮਾਤਾ, ਪਿਤਾ ਆਦਿ ਦੇ ਮੋਹ ਵਿੱਚ ਖਚਿਤ ਹੋ ਕੇ ਮਨੁੱਖਾ ਜਨਮ ਅਕਾਰਥ ਗਵਾ ਲੈਂਦਾ ਹੈ। ਰਿਸ਼ਤੇਦਾਰਾਂ ਨੂੰ ਖੁਸ਼ ਰੱਖਣ ਲਈ ਜਾਇਜ਼ ਨਜਾਇਜ਼ ਕੰਮ ਕਰਦਾ ਰਹਿੰਦਾ ਹੈ। ਅੰਤ ਸਮੇਂ ਇਸ ਦੇ ਨਾਲ ਕੋਈ ਨਹੀਂ ਜਾਂਦਾ। ਇਹ ਸਭ ਲੋਕ ਖੁਦਗਰਜ਼ ਹਨ। ਪ੍ਰਾਣੀ ਦੇ ਮਰਦਿਆਂ ਸਾਰ ਹੀ ਉਸ ਨੂੰ ਇੱਕ ਘੜੀ ਵੀ ਨਹੀਂ ਰੱਖ ਸਕਦੇ। ਸ਼ਮਸ਼ਾਨ ਭੂਮੀ ਦੇ ਵਿੱਚ ਲੈ ਜਾਂਦੇ ਨੇ। ਇਸ ਲਈ ਮਨੁੱਖ ਨੂੰ ਰਿਸ਼ਤੇ ਨਾਤਿਆਂ ਦਾ ਮੋਹ ਦਾ ਤਿਆਗ ਕਰਕੇ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਤਨ ਤੈਂ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 220 ਮਾਫ ਕਰਨਾ 220। ਅਹੰਕਾਰ ਪ੍ਰਭੂ ਦੇ ਰਸਤੇ ਦੇ ਵਿੱਚ ਇੱਕ ਵੱਡਾ ਰੋੜਾ ਹੈ। ਅਹੰਕਾਰ ਜਿਸ ਨੂੰ ਹਉਮੈ ਵੀ ਆਖਿਆ ਜਾਂਦਾ ਹੈ। ਇਹ ਤਾਂ ਚੁੱਪਚਾਪ ਅਚੇਤ ਹੀ ਮਨ ਦੇ ਵਿੱਚ ਆ ਕੇ ਵੜ ਜਾਂਦਾ ਹੈ ਤੇ ਆਪਣਾ ਕੰਮ ਕਰਨ ਲੱਗ ਪੈਂਦਾ ਹੈ। ਕਿਸੇ ਨੂੰ ਧਨ ਦੌਲਤ ਦਾ ਅਹੰਕਾਰ ਹੈ, ਕਿਸੇ ਨੂੰ ਹੁਸਨ ਦਾ, ਕਿਸੇ ਨੂੰ ਬਲ ਦਾ, ਕਿਸੇ ਨੂੰ ਜਵਾਨੀ ਦਾ, ਕਿਸੇ ਨੂੰ ਸੱਤਾ ਦਾ। ਕਿਸੇ ਨੂੰ ਸਾਰੇ ਪਾਸੇ ਨਿਗਾਹ ਮਾਰੋ ਤਾਂ ਪਤਾ ਲੱਗਦਾ ਹੈ ਕਿ ਅਹੰਕਾਰ ਬਸ ਮਨੁੱਖ ਇਸ ਤਰ੍ਹਾਂ ਕੁਕਰਮ ਕਰੀ ਜਾ ਰਹੇ ਨੇ। ਅਹੰਕਾਰ ਨੂੰ ਜਨਮ ਮਰਨ ਦੇ ਚੱਕਰਾਂ ਦਾ ਮੂਲ ਤੇ ਪਾਪ ਦਾ ਰੂਪ ਆਖਦੇ ਨੇ। ਹੰਕਾਰ ਹਉਮੈ ਦੇ ਤਿਆਗ ਦੇ ਨਾਲ ਮਨੁੱਖ ਨੂੰ ਮੁਕਤੀ, ਬੰਧਨਾਂ ਤੋਂ ਛੁਟਕਾਰਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਲਈ ਹੰਕਾਰ ਦਾ ਤਿਆਗ ਜ਼ਰੂਰੀ ਹੈ। ਜਹ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ, ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1427 ਅੰਗ। ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਮਾਇਆ ਦੇ ਤਿਆਗ ਬਾਰੇ ਬਾਰ-ਬਾਰ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਮਾਇਆ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੰਦੇ ਨੇ। ਮਾਇਆ ਤਿਆਗਣ ਦਾ ਅਸਲੀ ਭਾਵ ਇਸ ਤੋਂ ਉੱਪਰ ਉੱਠਣਾ ਹੈ। ਗੁਰਮਤਿ ਮਾਇਆ ਦੇ ਤਿਆਗਣ ਤੇ ਜ਼ੋਰ ਦਿੰਦੀ ਹੈ, ਪਰ ਸੰਸਾਰ ਦੇ ਤਿਆਗਣ ਤੇ ਬਿਲਕੁਲ ਨਹੀਂ।
ਮਾਇਆ ਇਕੱਠੀ ਕਰਨ ਦੀ ਭਾਵਨਾ ਮਨੁੱਖ ਨੂੰ ਲੋਭੀ ਤੇ ਸਵਾਰਥੀ ਬਣਾ ਦਿੰਦੀ ਹੈ। ਅਜਿਹੀ ਬਿਰਤੀ ਵਾਲਾ ਮਨੁੱਖ ਦੂਜੇ ਦੇ ਹਿੱਤ ਲਈ ਕੁਝ ਨਹੀਂ ਕਰ ਸਕਦਾ। ਮਾਇਆ ਦਾ ਪਿਆਰ ਮਨੁੱਖ ਨੂੰ ਮਾਇਆ ਦੀਆਂ ਰੰਗ ਰਲੀਆਂ ਵਿੱਚ ਉਲਝਾਈ ਰੱਖਦਾ ਹੈ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮਾਇਆ ਦੇ ਮੋਹ ਨੂੰ ਘਣਾ ਸੰਕਟ ਆਖਿਆ ਹੈ ਤੇ ਇਸ ਨੂੰ ਤਿਆਗਣ ਲਈ ਉਪਦੇਸ਼ ਦਿੱਤਾ ਹੈ। ਮਨੁੱਖਾ ਜ਼ਿੰਦਗੀ ਦੇ ਕੁਝ ਸੁਭਾਵਕ ਕਰਮ ਹਨ, ਕੁਝ ਆਪਣੇ ਪ੍ਰਤੀ ਤੇ ਕੁਝ ਦੂਸਰੇ ਪ੍ਰਤੀ। ਦੂਸਰੇ ਪ੍ਰਤੀ ਮਾਂ-ਬਾਪ ਦੀ ਸੇਵਾ, ਉਹਨਾਂ ਦਾ ਆਦਰ, ਘਰ ਆਏ ਪ੍ਰਾਹੁਣੇ ਦੀ ਆਓ ਭਗਤ ਆਦਿ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੋਹ, ਮਮਤਾ, ਇੱਛਾ, ਕਾਮਨਾਵਾਂ, ਤ੍ਰਿਸ਼ਨਾ, ਵਿਸ਼ੇ ਵਾਸ਼ਨਾ, ਭੋਗ ਵਿਲਾਸ, ਸੁਆਰਥ ਆਦਿ ਨਖਿੱਧ ਕਰਮਾਂ ਦੇ ਤਿਆਗ ਨੂੰ ਜ਼ਰੂਰੀ ਕਰਾਰ ਦਿੱਤਾ ਹੈ। ਜਦੋਂ ਤੱਕ ਮਨੁੱਖ ਦੇ ਅੰਦਰੋਂ ਵਿਸ਼ੇ ਵਿਕਾਰ ਖਤਮ ਨਹੀਂ ਹੁੰਦੇ, ਉਸ ਸਮੇਂ ਤੱਕ ਅੰਦਰ ਅਧਿਆਤਮਕਤਾ ਲਈ ਲਗਾਓ ਪੈਦਾ ਨਹੀਂ ਹੋ ਸਕਦਾ। ਅਧਿਆਤਮਕ ਗਿਆਨ ਲਈ, ਹਿਰਦੇ ਦੀ ਸਵੱਛਤਾ ਲਈ ਇਹ ਜਿਹੜਾ ਦੱਸਿਆ ਗਿਆ ਤਿਆਗ ਹੈ, ਇਹ ਜ਼ਰੂਰੀ ਹੈ। ਇਸ ਤਿਆਗ ਨਾਲ ਸਾਰਾ ਭਰਮ ਦੂਰ ਹੋ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਭੇਖ ਤੇ ਤਿਆਗ ਦੇ ਲਈ ਵੀ ਗੱਲ ਕੀਤੀ ਗਈ ਹੈ। ਭੇਖ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜੰਗਲਾਂ, ਪਹਾੜਾਂ ਤੇ ਜਾਣ ਤੇ ਹੋਰ ਤੀਰਥਾਂ ਦੇ ਇਸ਼ਨਾਨ ਕੀਤਿਆਂ ਪ੍ਰਭੂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਜੰਗਲਾਂ ਵਿੱਚ ਪ੍ਰਭੂ ਨੂੰ ਨਹੀਂ ਲੱਭਿਆ ਜਾ ਸਕਦਾ। ਆਪੇ ਦੀ ਪਛਾਣ ਕਰਨੀ ਲੋੜੀਂਦੀ ਹੈ। ਪ੍ਰਭੂ ਦੀ ਯਾਦ ਹੀ ਜੀਵਨ ਦਾ ਲਕਸ਼ ਹੈ। ਇਸ ਲਈ ਭੇਖ ਦਾ ਤਿਆਗ ਜ਼ਰੂਰੀ ਹੈ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੁਰੀ ਸੰਗਤ, ਅਵਿਦਿਆ, ਅਗਿਆਨ, ਮਾਇਆ ਦਾ ਤਿਆਗ ਕਰਕੇ ਹੀ ਹਰਿ ਜਸ, ਸਾਧ ਸੰਗਤ, ਪਰਮਾਤਮਾ ਦੀ ਸ਼ਰਨ, ਸਮਦ੍ਰਿਸ਼ਟਾ ਧਾਰਨ ਕੀਤੀ ਜਾ ਸਕਦੀ ਹੈ। ਪਰੰਤੂ ਮਨੁੱਖ ਦੀ ਦੁਬਿਧਾ ਦੀ ਸਥਿਤੀ ਇਹ ਹੈ ਕਿ ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ, ਉਹ ਉਹਨਾਂ ਨੂੰ ਅਪਣਾ ਰਿਹਾ ਹੈ। ਜੋ ਗ੍ਰਹਿਣ ਕਰਨ ਯੋਗ ਨੇ, ਉਹਨਾਂ ਦਾ ਤਿਆਗ ਕਰੀ ਬੈਠਾ ਹੈ। ਗੁਰੂ ਜੀ ਨੇ ਇਸ ਸਿਰਜੇ ਸੰਸਾਰ ਨੂੰ ਦੁੱਖਾਂ ਦਾ ਘਰ ਮੰਨਿਆ ਹੈ, ਸਗੋਂ ਇਸ ਵਿੱਚ ਰਹਿ ਕੇ ਮਨੁੱਖੀ ਅਗਿਆਨਤਾ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਇਹ ਜਗ ਧੂਏ ਕਾ ਪਹਾੜ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਵੇਂ ਧੂਏ ਦਾ ਪਹਾੜ ਆ, ਏਦਾਂ ਇਹ ਜਿਹੜਾ ਜਗਤ ਹੈ। ਤੇ ਆਓ ਸਰਵਣ ਕਰਦੇ ਹਾਂ ਅਗਲਾ ਸ਼ਬਦ। ਇਹ ਜਗ ਧੂਏ ਕਾ ਪਹਾੜ, ਇਹ ਜਗ ਧੂਏ ਕਾ ਪਹਾੜ।
ਹਾਂਜੀ, ਇਹ ਸਨ ਭਾਈ ਸ਼ੌਕੀਨ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਬਹੁਤ ਸੋਹਣਾ ਕੀਰਤਨ ਕਰਦੇ ਨੇ। ਇੱਕ ਸ਼ਬਦ ਇਹਨਾਂ ਦਾ ਹੋਰ ਅਸੀਂ ਸਰਵਣ ਕਰਾਂਗੇ ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈ ਲੈਣੀ ਹੈ, ਕਿਉਂਕਿ ਜਿਹੜਾ ਹੈ ਸ਼ਬਦ 7-8 ਮਿੰਟ ਦਾ ਹੈ। ਤੇ ਇੱਕ ਵਾਰ ਫੇਰ ਮੇਰੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਸਤਿਗੁਰੂ ਜੀ ਦੀ ਸਾਰੀ ਬਾਣੀ ਜਿਹੜੀ ਹੈ ਬਰਾਗਮਈ ਹੈ ਤੇ ਬਹੁਤ ਹੀ ਸਰਲ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਬਚਣਾ ਹੈ। ਤੇ ਸਤਿਗੁਰੂ ਜੀ ਦਾ ਉਪਦੇਸ਼ ਕਿ ਕਿਸੇ ਨੂੰ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ। ਇਸ ਮਨ ਨੂੰ ਹੀ ਜਿਹੜਾ ਹੈ ਸਮਝਾਉਣਾ ਹੈ ਤੇ ਇਹਨਾਂ ਵਿਸ਼ਿਆਂ ਵਕਾਰਾਂ ਤੋਂ ਹੋੜਨਾ ਹੈ। ਇਹੀ ਤਿਆਗ ਹੈ ਤੇ ਸਤਿਗੁਰੂ ਜੀ ਦੀ ਬਾਣੀ ਸਾਡੇ ਹਿਰਦੇ ਘਰ ਵਿੱਚ ਵਸੇ, ਇਹੀ ਅਰਦਾਸ ਹੈ। ਤੇ ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ, ਭੁੱਲਾਂ, ਚੁੱਕਾਂ ਹੋ ਜਾਂਦੀਆਂ ਨੇ। ਸਾਨੂੰ ਆਸ ਹੈ ਕਿ ਸਤਿਗੁਰੂ ਜੀ ਤੇ ਸਾਡੇ ਸਰੋਤੇ ਇਸ ਲਈ ਸਾਨੂੰ ਮੁਆਫੀ ਬਖਸ਼ਣਗੇ ਤੇ ਸਾਡੇ ਲਈ ਅਰਦਾਸ ਵੀ ਕਰਨਗੇ ਕਿ ਅੱਗੋਂ ਤੋਂ ਅਸੀਂ ਚੰਗੇ ਤਰੀਕੇ ਦੇ ਨਾਲ ਸੇਵਾ ਕਰ ਸਕੀਏ। ਤੇ ਇਹ ਜਿਹੜਾ ਪ੍ਰੋਗਰਾਮ ਹੈ ਬਾਅਦ ਦੇ ਵਿੱਚ ਸਿੱਖ ਵਿਰਸਾ ਪ੍ਰੋਗਰਾਮ ਗੂਗਲ ਤੇ ਸਰਚ ਕਰਕੇ ਆਨਲਾਈਨ ਵੀ ਜਿਹੜਾ ਹੈ ਸੁਣਿਆ ਜਾ ਸਕਦਾ ਹੈ YouTube ਤੇ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ, ਭੁੱਲਾਂ, ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਅਗਲੇ ਸ਼ਬਦ ਦੇ ਦੂਸਰੇ ਪਾਰੇ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ਰਾਮ ਭਾਜ, ਰਾਮ ਭਾਜ, ਜਨਮ ਸਿਰਾ